Hello students, today we will do some important question of your lesson Lost Spring. It is second lesson from your book Flamingo, written by Anise Young. She was born in 1964 and died in 2011. There are some important questions. First question is, who was Sahib? What was his full name? What was the irony about his name? ਸਾਹਿਬ ਕੌਣ ਸੀ, ਉਸ ਦਾ ਫੁੱਲ ਨੇਮ ਕੀ ਸੀ ਤੇ ਉਸ ਦੇ ਨੇਮ ਦੇ ਬਾਰੇ ਜੋ ਆਇਰਨੀ ਹੈ, ਇੱਕ ਵਿਅੰਗ ਹੈ ਲੈਸਨ ਦੇ ਵਿੱਚ, ਉਹ ਕੀ ਹੈ? ਸਾਹਿਬ ਵਾਜ਼ ਅ ਰੈਗ ਪਿਕਰ। ਸਾਹਿਬ ਕੌਣ ਸੀ? ਇੱਕ ਰੈਗ ਪਿਕਰ ਸੀ। ਹਿਸ ਫੁੱਲ ਨੇਮ ਵਾਜ਼ ਸਾਹਿਬ ਏ ਆਲਮ ਵਿਚ ਮੀਨਸ ਦ ਲਾਰਡ ਆਫ ਦ ਯੂਨੀਵਰਸ। ਉਸ ਦਾ ਫੁੱਲ ਨੇਮ ਕੀ ਸੀ? ਸਾਹਿਬ ਏ ਆਲਮ, ਜਿਸ ਦਾ ਮਤਲਬ ਕੀ ਹੈ? ਸੰਸਾਰ ਦਾ ਮਾਲਿਕ, ਲਾਰਡ ਆਫ ਦ ਯੂਨੀਵਰਸ। ਬਟ ਦ ਆਇਰਨੀ ਅਬਾਊਟ ਹਿਸ ਨੇਮ ਵਾਜ਼ ਦੈਟ, ਪਰ ਜੋ ਇੱਕ ਵਿਅੰਗ ਹੈ ਇਸ ਲੈਸਨ ਦੇ ਵਿੱਚ ਉਸਦੇ ਨੇਮ ਬਾਰੇ ਕੀ ਹੈ? ਹੀ ਵਾਜ਼ ਨਾਟ ਅਵੇਅਰ ਵਟ ਦ ਮੀਨਿੰਗ ਆਫ ਹਿਸ ਨੇਮ ਸੁਜੈਸਟ। ਪਰ ਉਹ ਇਸ ਗੱਲ ਤੋਂ ਜਾਣੂ ਨਹੀਂ ਸੀ ਕਿ ਉਸਦਾ ਨੇਮ ਕੀ ਸੁਜੈਸਟ ਕਰਦਾ ਸੀ, ਉਸਦੇ ਨੇਮ ਦਾ ਮਤਲਬ ਕੀ ਸੀ। ਹੀ ਵਾਜ਼ ਜਸਟ ਅ ਪੂਅਰ ਬॉय ਬੋਰਨ ਆਫ ਪੂਅਰ ਪੇਰੈਂਟਸ। ਉਹ ਕੇਵਲ ਇੱਕ ਗਰੀਬ ਬੱਚਾ ਸੀ ਅਤੇ ਜਿਸ ਦਾ ਜਨਮ ਕੀ ਹੈ? ਇੱਕ ਗਰੀਬ ਮਾਤਾ ਪਿਤਾ ਦੇ ਘਰ ਹੋਇਆ। who had to struggle for livelihood, ਜਿਨ੍ਹਾਂ ਨੂੰ ਗੁਜ਼ਾਰੇ ਦੇ ਲਈ ਸੰਘਰਸ਼ ਕਰਨਾ ਪੈਂਦਾ ਸੀ। Your second question is, what promise had the writer made with ਸਾਹਿਬ one day? ਰਾਈਟਰ ਨੇ, ਅਨੀਸ ਜੰਗ ਨੇ, ਇੱਕ ਦਿਨ ਸਾਹਿਬ ਦੇ ਨਾਲ ਕੀ ਵਾਅਦਾ ਕਰ ਲਿਆ ਸੀ? why did she feel small in front of him? ਅਤੇ ਬਾਅਦ ਵਿੱਚ ਉਹ ਉਸ ਦੇ ਸਾਹਮਣੇ, ਸਾਹਿਬ ਦੇ ਸਾਹਮਣੇ ਸਮੌਲ ਕਿਉਂ ਫੀਲ ਕਰਦੀ ਹੈ, ਆਪਣੇ ਆਪ ਨੂੰ ਛੋਟਾ ਕਿਉਂ ਮਹਿਸੂਸ ਕਰਦੀ ਹੈ? ਵਨ ਡੇ ਦ ਰਾਈਟਰ ਆਸਕਡ ਸਾਹਿਬ ਹਾਫ ਜੋਕਿੰਗਲੀ। ਇੱਕ ਦਿਨ ਰਾਈਟਰ ਨੇ ਸਾਹਿਬ ਨੂੰ ਪੁੱਛ ਲਿਆ, ਹਾਫ ਜੋਕਿੰਗਲੀ ਮੀਨਸ ਥੋੜਾ ਜਿਹਾ ਮਜ਼ਾਕ ਜਿਹਾ ਕਰਦੇ ਹੋਏ, ਇਫ ਹੀ ਵੁੱਡ ਜੁਆਇਨ ਹਰ ਸਕੂਲ, ਕਿ ਉਹ ਉਸ ਦਾ ਸਕੂਲ ਜੁਆਇਨ ਕਰੇਗਾ। ਵੈਨ ਸ਼ੀ ਓਪਨ ਇਟ, ਜਦੋਂ ਉਸਨੇ ਇਹ ਖੋਲਿਆ। ਸ਼ੀ ਡਿਡ ਨਾਟ ਪ੍ਰੋਮਿਸ ਹਿਮ ਸੀਰੀਅਸਲੀ ਅਬਾਊਟ ਓਪਨਿੰਗ ਅ ਸਕੂਲ। ਉਸਨੇ ਸਾਹਿਬ ਨੂੰ ਕੋਈ ਸੀਰੀਅਸਲੀ ਇਹ ਗੱਲ ਨਹੀਂ ਕਹੀ ਸੀ, ਸੀਰੀਅਸਲੀ ਪ੍ਰੋਮਿਸ ਨਹੀਂ ਕੀਤਾ ਸੀ ਸਕੂਲ ਖੋਲ੍ਹਣ ਦੇ ਬਾਰੇ। ਬਟ ਸਾਹਿਬ ਟੁੱਕ ਇਟ ਸੀਰੀਅਸਲੀ, ਪਰ ਸਾਹਿਬ ਨੇ ਇਸ ਗੱਲ ਨੂੰ ਸੀਰੀਅਸਲੀ ਲੈ ਲਿਆ। ਅਨੀਸ ਜੰਗ ਨੇ ਤਾਂ ਵੈਸੇ ਹੀ ਮਜ਼ਾਕ ਵਿੱਚ ਕਹਿ ਦਿੱਤਾ ਸੀ ਕਿ ਜੇਕਰ ਮੈਂ ਸਕੂਲ ਖੋਲ੍ਹਾਂ ਤਾਂ ਤੂੰ ਆਵੇਂਗਾ, ਪਰ ਸਾਹਿਬ ਨੇ ਇਸ ਗੱਲ ਨੂੰ ਕੀ ਸੀਰੀਅਸ ਲੈ ਲਿਆ। ਦੈਟਸ ਵਾਈ ਸ਼ੀ ਫੈਲਟ ਸਮੌਲ ਵੈਨ ਹੀ ਆਸਕਡ ਹਰ। ਇਹੀ ਕਾਰਨ ਸੀ ਕਿ ਇੱਕ ਦਿਨ ਅਨੀਸ ਜੰਗ ਨੇ ਆਪਣੇ ਆਪ ਨੂੰ ਛੋਟਾ ਮਹਿਸੂਸ ਕੀਤਾ ਜਦ ਸਾਹਿਬ ਨੇ ਉਸ ਨੂੰ ਪੁੱਛ ਲਿਆ, ਆਸਕਡ ਹਰ ਆਫਟਰ ਸਮ ਡੇਜ਼ ਇਫ ਸ਼ੀ ਹੈਡ ਓਪਨਡ ਅ ਸਕੂਲ, ਕਿ ਉਸਨੇ ਸਕੂਲ ਖੋਲ੍ਹ ਲਿਆ ਹੈ। ਇੱਕ ਦਿਨ ਨਾ ਸਾਹਿਬ ਨੂੰ ਅਨੀਸ ਜੰਗ ਮਿਲ ਜਾਂਦੀ ਹੈ ਅਤੇ ਸਾਹਿਬ ਉਸ ਵੱਲ ਦੌੜਿਆ ਜਾਂਦਾ ਹੈ ਅਤੇ ਉਸ ਨੂੰ ਪੁੱਛ ਲੈਂਦਾ ਹੈ ਕਿ ਤੁਹਾਡਾ ਸਕੂਲ ਖੁੱਲ੍ਹ ਗਿਆ। ਤਾਂ ਇਹ ਗੱਲ ਸੁਣ ਕੇ ਕੀ ਹੈ, ਅਨੀਸ ਜੰਗ ਆਪਣੇ ਆਪ ਵਿੱਚ ਥੋੜ੍ਹੀ ਜਿਹੀ ਸ਼ੇਮ ਮਹਿਸੂਸ ਕਰਦੀ ਹੈ ਅਤੇ ਆਪਣੇ ਆਪ ਨੂੰ ਸਮੌਲ ਫੀਲ ਕਰਦੀ ਹੈ ਕਿ ਮੈਂ ਕਿਸ ਤਰ੍ਹਾਂ ਦਾ ਪ੍ਰੋਮਿਸ ਇਸ ਬੱਚੇ ਨਾਲ ਕਰ ਬੈਠੀ ਜਿਸ ਦਾ ਕੋਈ ਮਤਲਬ ਹੀ ਨਹੀਂ ਸੀ। Your third question is, why did the steel canister seem burdensome than the load of rags to Sahib when he worked at a tea stall? ਹੁਣ ਕੀ ਮਤਲਬ ਹੈ ਇਸ ਕੁਐਸਚਨ ਦਾ ਕਿ ਸਾਹਿਬ ਨੂੰ ਉਹ ਜੋ ਸਟੀਲ ਕੈਨਿਸਟਰ ਸੀ ਉਹ ਬਰਡਨਸਮ ਕਿਉਂ ਲੱਗਦਾ ਹੈ, ਭਾਰਾ ਕਿਉਂ ਲੱਗਦਾ ਹੈ? ਉਸ ਲੋਡ ਦੇ ਨਾਲੋਂ, ਉਸ ਬੋਝ ਦੇ ਨਾਲੋਂ, ਜੋ ਰੈਗਸ ਦਾ ਬੋਝ ਹੁੰਦਾ ਸੀ ਨਾ, ਜੋ ਸਾਹਿਬ ਪਹਿਲਾਂ ਚੁੱਕਦਾ ਹੁੰਦਾ ਸੀ, ਕੂੜੇ ਕਚਰੇ ਦਾ ਬੋਝ ਜੋ ਪਹਿਲਾਂ ਚੁੱਕਦਾ ਸੀ, ਉਸ ਦੇ ਨਾਲੋਂ ਉਸਨੂੰ ਸਟੀਲ ਕੈਨਿਸਟਰ ਭਾਰਾ ਕਿਉਂ ਲੱਗਦਾ ਹੈ? ਵੈਨ ਹੀ ਵਰਕਡ ਐਟ ਅ ਟੀ ਸਟਾਲ, ਜਦ ਹੁਣ ਉਹ ਟੀ ਸਟਾਲ ਉੱਪਰ ਕੰਮ ਕਰਦਾ ਹੈ। ਸਾਹਿਬ ਹੈਡ ਟੂ ਵਰਕ ਇਨ ਅ ਟੀ ਸਟਾਲ ਐਜ਼ ਅ ਸਰਵੈਂਟ। ਸਾਹਿਬ ਨੂੰ ਟੀ ਸਟਾਲ ਉੱਤੇ ਇੱਕ ਨੌਕਰ ਦੇ ਤੌਰ ਤੇ ਕੰਮ ਕਰਨਾ ਪੈਂਦਾ ਸੀ। ਹੀ ਡਿਡ ਨਾਟ ਫੀਲ ਗੁੱਡ ਵਾਈਲ ਵਰਕਿੰਗ ਦੇਅਰ। ਉਹ ਚੰਗਾ ਮਹਿਸੂਸ ਨਹੀਂ ਕਰਦਾ ਸੀ ਜਦੋਂ ਉੱਥੇ ਕੰਮ ਕਰਦਾ ਸੀ। ਆਲਦੋ ਹੀ ਗੋਟ ₹800 ਫॉर ਹਿਜ਼ ਵਰਕ, ਭਾਵੇਂ ਉਸਨੂੰ ਆਪਣੇ ਕੰਮ ਦੇ ਲਈ 800 ਰੁਪਏ ਮਿਲਦੇ ਸਨ। ਜੈਟ ਹੀ ਵਾਜ਼ ਨਾਟ ਹੈਪੀ, ਫਿਰ ਵੀ ਉਹ ਖੁਸ਼ ਨਹੀਂ ਸੀ। ਹੀ ਹੈਡ ਟੂ ਵਰਕ ਅੰਡਰ ਅ ਬੌਸ, ਉਸਨੂੰ ਇੱਕ ਬੌਸ ਦੇ ਅੰਡਰ ਕੰਮ ਕਰਨਾ ਪੈਂਦਾ ਸੀ। ਪ੍ਰੀਵੀਅਸਲੀ ਹੀ ਵਾਜ਼ ਦਾ ਮਾਸਟਰ ਆਫ ਹਿਜ਼ ਵਰਕ। ਇਸ ਤੋਂ ਪਹਿਲਾਂ ਪੁਰਾਣੇ ਸਮੇਂ ਵਿੱਚ ਕੀ ਸੀ? ਉਹ ਇੱਥੇ ਕੰਮ ਕਰਨ ਤੋਂ ਪਹਿਲਾਂ ਕੀ ਸੀ? ਆਪਣਾ ਮਾਲਕ ਉਹ ਆਪ ਸੀ। ਸਾਹਿਬ ਲੋਸਟ ਆਲ ਦਾ ਪ੍ਰੀਵੀਅਸ ਜੋਏ ਐਂਡ ਕੇਅਰ ਫ੍ਰੀ ਮੈਨਰ। ਸਾਹਿਬ ਹੁਣ ਕੀ ਹੈ? ਆਪਣਾ ਉਹ ਜੋ ਪੁਰਾਣੀ ਖੁਸ਼ੀ ਸੀ ਅਤੇ ਕੇਅਰ ਫ੍ਰੀ ਮੈਨਰ ਸੀ, ਬਿਨਾਂ ਕਿਸੇ ਚਿੰਤਾ ਤੋਂ ਉਹ ਰਹਿੰਦਾ ਸੀ, ਉਹ ਕੀ ਹੈ? ਹੁਣ ਲੋਸਟ ਹੋ ਚੁੱਕਾ ਸੀ। ਸੋ ਫੈਚਿੰਗ ਕੈਨਿਸਟਰ ਸੀਮਡ ਬਰਡਨਸਮ, ਇਸ ਲਈ ਜੋ ਕੈਨਿਸਟਰ ਚੁੱਕਣਾ ਸੀ, ਉਹ ਬਰਤਨ ਸੀ ਜੋ ਜਿਸ ਵਿੱਚ ਉਹ ਮਿਲਕ ਲੈ ਕੇ ਆਉਂਦਾ ਹੈ,
ਉਹ ਜੋ ਚੁੱਕਣਾ ਸੀ, ਉਸਨੂੰ ਫੈਚਿੰਗ ਹੁੰਦਾ ਚੁੱਕਣਾ, ਇਸਨੂੰ ਬਰਡਨਸਮ ਲੱਗਦਾ ਸੀ, ਭਾਰਾ ਲੱਗਦਾ ਸੀ, ਦੈਨ ਦਾ ਲੋਡ ਆਫ ਰੈਗਸ ਔਨ ਹਿਸ ਸ਼ੋਲਡਰ, ਜੋ ਕੀ ਹੈ ਕੂੜੇ ਕਚਰੇ ਦਾ ਬੋਝ ਹੁੰਦਾ ਸੀ ਉਸਦੇ ਮੋਢਿਆਂ ਦੇ ਉੱਤੇ, ਉਸ ਦੇ ਨਾਲੋਂ ਇਸਨੂੰ ਇਹ ਟੀ ਕੈਨਿਸਟਰ ਜ਼ਿਆਦਾ ਭਾਰਾ ਲੱਗਦਾ ਸੀ। Your fourth question is, what was Sahib wearing one morning? ਇੱਕ ਸਵੇਰ ਸਾਹਿਬ ਨੇ ਕੀ ਪਹਿਨਿਆ ਹੋਇਆ ਸੀ? Where did he got it? ਉਸਨੇ ਇਹ ਕਿੱਥੋਂ ਪ੍ਰਾਪਤ ਕੀਤਾ ਸੀ? One morning Sahib was wearing tennis shoes. ਇੱਕ ਸਵੇਰ ਸਾਹਿਬ ਨੇ ਟੈਨਿਸ ਸ਼ੂਜ਼ ਪਹਿਨੇ ਹੋਏ ਸਨ। These shoes were discarded by a rich parent's son. ਇਸ ਜੋ ਸ਼ੂਜ਼ ਸਨ ਉਹ ਡਿਸਕਾਰਡਡ ਕੀਤੇ ਹੋਏ ਸਨ, ਸੁੱਟੇ ਹੋਏ ਸਨ, ਕਿਸ ਦੇ ਦੁਆਰਾ? ਇੱਕ ਅਮੀਰ ਪੇਰੈਂਟਸ ਦੇ ਪੁੱਤਰ ਦੁਆਰਾ। ਬਿਕੋਜ਼ ਵਨ ਆਫ them had a hole in it, ਕਿਉਂਕਿ ਉਹਨਾਂ ਸ਼ੂਜ਼ ਦੇ ਵਿੱਚੋਂ ਇੱਕ ਸ਼ੂਜ਼ ਦੇ ਵਿੱਚ ਇੱਕ ਹੋਲ ਸੀ। These shoes also show ਸਾਹਿਬ's love for playing tennis. ਇਹ ਜੋ ਸ਼ੂਜ਼ ਹੈ ਇਹ ਸਾਹਿਬ ਦਾ ਟੈਨਿਸ ਦੇ ਪ੍ਰਤੀ ਪਿਆਰ ਵੀ ਸ਼ੋਅ ਕਰਦੇ ਹਨ, ਕਿਉਂਕਿ ਉਹ ਟੈਨਿਸ ਸ਼ੂਜ਼ ਹੈ ਅਤੇ ਸਾਹਿਬ ਨੇ ਬੜੇ ਸ਼ੌਂਕ ਨਾਲ, ਬੜੀ ਖੁਸ਼ੀ ਨਾਲ ਉਹ ਸ਼ੂਜ਼ ਪਾਏ ਹੋਏ ਹਨ, ਚਾਹੇ ਉਹਨਾਂ ਦੇ ਵਿੱਚ ਇੱਕ ਹੋਲ ਹੀ ਹੈ। ਇੱਥੇ ਇਹ ਗੱਲ ਵੀ ਹੈ ਕਿ ਜਿਸ ਬੱਚੇ ਨੇ ਕਦੇ ਬੂਟ ਪਹਿਨੇ ਹੀ ਨਹੀਂ ਸਨ, ਉਸਨੂੰ ਕਦੇ ਬੂਟ ਹੀ ਨਹੀਂ ਮਿਲੇ ਸਨ, ਤੇ ਭਾਵੇਂ ਦੀ ਇੱਕ ਹੋਲ ਹੀ ਸੀ ਇੱਕ ਬੂਟ ਦੇ ਵਿੱਚ, ਉਸਨੂੰ ਇਹ ਗੱਲ ਦੀ ਕੋਈ ਪਰਵਾਹ ਨਹੀਂ ਸੀ ਤੇ ਉਸਨੇ ਬੜੀ ਖੁਸ਼ੀ-ਖੁਸ਼ੀ ਉਹ ਬੂਟ ਪਹਿਨੇ ਹੋਏ ਸਨ। What are the hazards of working in the glass bangles industries of ਫਿਰੋਜ਼ਾਬਾਦ? ਹੁਣ ਦੇਖੋ ਇਸ ਕੁਐਸਚਨ ਵਿੱਚ ਕੀ ਪੁੱਛਿਆ ਗਿਆ ਹੈ ਕਿ ਜੋ ਹਜ਼ਾਰਡਸ ਹਨ, ਤਕਲੀਫਾਂ ਹਨ, ਖਤਰੇ ਹਨ ਕੰਮ ਕਰਨ ਦੇ ਗਲਾਸ ਬੈਂਗਲਸ ਇੰਡਸਟਰੀਜ਼ ਆਫ ਫਿਰੋਜ਼ਾਬਾਦ, ਜੋ ਕੱਚ ਦੀਆਂ ਚੂੜੀਆਂ ਬਣਾਉਣ ਦੇ ਜੋ ਇੰਡਸਟਰੀਜ਼ ਹਨ, ਕਾਰਖਾਨੇ ਹਨ, ਉਦਯੋਗ ਹਨ ਫਿਰੋਜ਼ਾਬਾਦ ਦੇ ਵਿੱਚ, ਉੱਥੇ ਕੰਮ ਕਰਨ ਦੇ ਕੀ ਕੀ ਨੁਕਸਾਨ ਹਨ? The glass bangles industries of Firozabad don't provide good human conditions for thousands of its workers. ਜੋ ਗਲਾਸ ਬੈਂਗਲਸ ਇੰਡਸਟਰੀਜ਼ ਆ ਨਾ ਫਿਰੋਜ਼ਾਬਾਦ ਦੇ ਵਿੱਚ, ਉਹ ਕੋਈ ਚੰਗੀਆਂ ਕੰਡੀਸ਼ਨਸ ਉੱਥੇ ਨਹੀਂ ਹਨ, ਆਪਣੇ ਵਰਕਰਸ ਨੂੰ ਚੰਗੀਆਂ ਕੰਡੀਸ਼ਨਸ ਪ੍ਰੋਵਾਈਡ ਉਹ ਨਹੀਂ ਕਰਵਾਉਂਦੀਆਂ ਜਿੱਥੇ ਉਹ ਕੰਮ ਕਰਦੇ ਹਨ। ਉਹ ਐਟਮੋਸਫੀਅਰ ਕੀ ਹੈ? ਬੜਾ ਗੰਦਾ ਐਟਮੋਸਫੀਅਰ ਹੈ, ਚਾਰੇ ਪਾਸੇ ਕੀ ਹੈ ਉੱਥੇ ਕੀ ਹੁੰਦਾ ਹੈਗਾ ਆਪਣਾ, ਬਹੁਤ ਜ਼ਿਆਦਾ ਹਨੇਰਾ ਹੁੰਦਾ, ਕੋਈ ਰੌਸ਼ਨੀ ਦਾ ਚੰਗਾ ਪ੍ਰਬੰਧ ਨਹੀਂ ਹੈ, ਕਲੀਅਰ। ਤੇ ਜੋ ਡਸਟ ਹੈ, ਜੋ ਕੱਚ ਦੀ ਡਸਟ ਹੈ, ਉਹ ਕੀ ਹੈ, ਜੋ ਉੱਥੇ ਵਰਕਰਸ ਕੰਮ ਕਰਦੇ ਹਨ ਉਹਨਾਂ ਦੀਆਂ ਅੱਖਾਂ ਵਗੈਰਾ ਵਿੱਚ ਪੈਂਦੀ ਰਹਿੰਦੀ ਹੈ। ਦੇ ਹੈਵ ਟੂ ਡੂ ਵਰਕ ਇਨ ਸਮਾਲ ਰੂਮਸ, ਛੋਟੇ ਛੋਟੇ ਕਮਰਿਆਂ ਵਿੱਚ ਕੰਮ ਕਰਨਾ ਪੈਂਦਾ ਹੈ, ਵਿਚ ਹੈਵ ਨੋ ਵੈਂਟੀਲੇਸ਼ਨ ਫॉर ਫਰੈਸ਼ ਏਅਰ, ਜੋ ਕੀ ਹੈ ਫਰੈਸ਼ ਏਅਰ ਦੇ ਲਈ ਉੱਥੇ ਕੋਈ ਵੈਂਟੀਲੇਸ਼ਨ ਵੀ ਨਹੀਂ ਹਨ, ਐਂਡ ਲਾਈਟ ਟੂ ਕਮ ਦੇਅਰ, ਅਤੇ ਰੌਸ਼ਨੀ ਵੀ ਉੱਥੇ ਨਹੀਂ ਆਉਂਦੀ ਹੈ। ਫਰੈਸ਼ ਏਅਰ ਅਤੇ ਲਾਈਟ ਦੀ ਵੈਂਟੀਲੇਸ਼ਨ ਦੇ ਲਈ ਉੱਥੇ ਕੋਈ ਪ੍ਰਬੰਧ ਨਹੀਂ ਹੈ। ਐਕਚੁਅਲੀ ਦ ਵਰਕਰਸ ਹੈਵ ਪੁੱਟ ਦੇਅਰ ਆਈਜ਼ ਇਨ ਡੇਂਜਰ ਵਾਈਲ ਵਰਕਿੰਗ ਇਨ ਦੀਜ਼ ਡਾਰਕ ਪਲੇਸਸ। ਅਸਲ ਵਿੱਚ ਜੋ ਵਰਕਰਸ ਹਨ ਨਾ, ਉਹ ਆਪਣੀਆਂ ਅੱਖਾਂ ਨੂੰ ਇੱਕ ਖਤਰੇ ਵਿੱਚ ਹੀ ਪਾ ਲੈਂਦੇ ਹਨ ਜਦੋਂ ਉਹ ਉੱਥੇ ਕੰਮ ਕਰਦੇ ਹਨ, ਉਹਨਾਂ ਹਨੇਰੀਆਂ ਥਾਵਾਂ ਤੇ ਕੰਮ ਕਰਦੇ ਹਨ। ਵਿਦ ਦ ਲਾਈਟਸ ਆਫ ਫਰਨੈਸਸ ਓਨਲੀ, ਕੇਵਲ ਉੱਥੇ ਕੀ ਹੈ, ਭੱਠੀਆਂ ਦੀ ਲਾਈਟ ਹੀ ਹੈ। ਸਿਕਸਥ ਕੁਐਸਚਨ ਇਜ਼ ਹੂ ਇਜ਼ ਸਵਿਤਾ? ਸਵਿਤਾ ਕੌਣ ਹੈ? ਵਟ ਇਜ਼ ਸ਼ੀ ਡੂਇੰਗ, ਉਹ ਕੀ ਕਰ ਰਹੀ ਹੈ? ਵਟ ਡਜ਼ ਦ ਰਾਈਟਰ ਵੰਡਰ ਅਬਾਊਟ ਹਰ, ਰਾਈਟਰ ਉਸ ਬਾਰੇ ਕਿਸ ਗੱਲ ਕਰਕੇ ਹੈਰਾਨ ਹੁੰਦੀ ਹੈ? ਸਵਿਤਾ ਇਜ਼ ਅ ਯੰਗ ਗਰਲ। ਕੁਐਸਚਨ ਸੀ ਹੂ ਇਜ਼ ਸਵਿਤਾ? ਸਵਿਤਾ ਇਜ਼ ਅ ਯੰਗ ਗਰਲ, ਇੱਕ ਛੋਟੀ ਲੜਕੀ ਹੈ। ਹੂ ਇਜ਼ ਸਿਟਿੰਗ ਨੀਅਰ ਐਨ ਐਲਡਰਲੀ ਵੂਮਨ, ਜੋ ਕਿ ਹੈ ਇੱਕ ਵੱਡੀ ਉਮਰ ਦੀ ਔਰਤ ਦੇ ਕੋਲ ਬੈਠੀ ਹੈ। ਸ਼ੀ ਇਜ਼ ਇਨ ਪਿੰਕ ਡਰੈਸ, ਪਿੰਕ ਡਰੈਸ ਪਹਿਨੀ ਹੋਈ ਹੈ, ਐਂਡ ਸੋਲਡਰਿੰਗ ਪੀਸਸ ਆਫ ਗਲਾਸ, ਅਤੇ ਕੱਚ ਦੇ ਟੁਕੜਿਆਂ ਨੂੰ ਜੋੜ ਰਹੀ ਹੈ। ਦ ਰਾਈਟਰ ਵੰਡਰਸ ਇਫ ਸ਼ੀ ਨੋਜ਼ ਅਬਾਊਟ ਦ ਸੈਂਸਿਟੀਵਿਟੀ ਆਫ ਬੈਂਗਲਸ ਦੈਟ ਸ਼ੀ ਇਜ਼ ਹੈਲਪਿੰਗ ਇਨ ਸੋਲਡਰਿੰਗ ਦੈਮ। ਹੁਣ ਰਾਈਟਰ ਇਸ ਗੱਲ ਉੱਤੇ ਹੈਰਾਨ ਹੁੰਦੀ ਹੈ ਕਿ ਉਸਨੂੰ ਇਹਨਾਂ ਚੂੜੀਆਂ ਦੀ ਮਹੱਤਤਾ ਬਾਰੇ ਪਤਾ ਹੈ। ਸੈਂਸਿਟੀਵਿਟੀ ਹੁੰਦਾ ਮਹੱਤਤਾ, ਜਿਨ੍ਹਾਂ ਨੂੰ ਉਹ ਬਣਾਉਣ ਵਿੱਚ, ਜਿਨ੍ਹਾਂ ਨੂੰ ਸੋਲਡਰਿੰਗ ਕਰਨ ਵਿੱਚ, ਜੋੜਨ ਦੇ ਵਿੱਚ ਉਹ ਹੈਲਪ ਕਰ ਰਹੀ ਹੈ। Seventh question is how in your opinion can ਮੁਕੇਸ਼ realize his dream? ਤੁਹਾਡੇ ਵਿਚਾਰ ਅਨੁਸਾਰ ਮੁਕੇਸ਼ ਆਪਣਾ ਸੁਪਨਾ ਕਿਵੇਂ ਪੂਰਾ ਕਰ ਸਕਦਾ ਹੈ? How is his attitude different from his parents? ਉਸਦਾ ਜੋ ਐਟੀਟਿਊਡ ਹੈ, ਉਸਦਾ ਰਵੱਈਆ ਹੈ, ਆਪਣੇ ਮਾਤਾ ਪਿਤਾ ਨਾਲੋਂ ਅਲੱਗ ਕਿਵੇਂ ਹੈ? ਜਾਂ ਇਹ ਵੀ ਪੁੱਛਿਆ ਜਾ ਸਕਦਾ ਹੈ is it possible for ਮੁਕੇਸ਼ to realize his dream? Justify your answer, ਕੀ ਇਹ ਸੰਭਵ ਹੈ ਮੁਕੇਸ਼ ਦੇ ਲਈ ਆਪਣਾ ਸੁਪਨਾ ਪੂਰਾ ਕਰਨਾ? ਜਸਟੀਫਾਈ ਯੂਅਰ ਆਂਸਰ, ਆਪਣਾ ਆਂਸਰ ਜਸਟੀਫਾਈ ਕਰੋ।
The author Anees Young notices flicker of hope in his eye, in the eyes of hope. ਮੁਕੇਸ਼, ਜੋ ਆਥਰ ਅਨੀਸ ਜੰਗ ਹੈ ਉਹ ਕੀ ਨੋਟਿਸ ਕਰਦੀ ਹੈ? ਇੱਕ ਫਲਿੱਕਰ, ਇੱਕ ਝਲਕ ਮਹਿਸੂਸ ਕਰਦੀ ਹੈ ਆਸ ਦੀ ਮੁਕੇਸ਼ ਦੀਆਂ ਅੱਖਾਂ ਦੇ ਵਿੱਚ। ਹੀ ਟਾਕਸ ਆਫ ਹਿਸ ਡ੍ਰੀਮ ਟੂ ਬਿਕਮ ਅ ਗੈਰੇਜ ਮਕੈਨਿਕ। ਮੁਕੇਸ਼ ਕੀ ਗੱਲਾਂ ਕਰਦਾ ਹੈ? ਉਹ ਇੱਕ ਗੈਰੇਜ ਮਕੈਨਿਕ ਬਣਨ ਦੀਆਂ ਗੱਲਾਂ ਕਰਦਾ ਹੈ। ਐਂਡ ਟਰੈਵਰਸ ਅ ਲੌਂਗ ਡਿਸਟੈਂਸ, ਟਰੈਵਰਸ ਹੁੰਦਾ ਕਵਰਸ ਕਰਦਾ, ਉਹ ਕਵਰ ਕਰਦਾ ਇੱਕ ਲੰਮੀ ਦੂਰੀ ਔਨ ਫੁੱਟ ਟੂ ਰੀਚ ਦਾ ਪਲੇਸ ਵੇਅਰ ਹੀ ਵੁੱਡ ਗੈਟ ਟ੍ਰੇਨਿੰਗ ਟੂ ਫੁਲਫਿਲ ਹਿਸ ਡ੍ਰੀਮ। ਉਹ ਪੈਦਲ ਚੱਲ ਕੇ ਇੱਕ ਲੰਮੀ ਦੂਰੀ ਤੈਅ ਕਰਦਾ ਹੈ ਉਸ ਜਗ੍ਹਾ ਤੱਕ ਜਾਣ ਦੇ ਲਈ ਜਿੱਥੇ ਕੀ ਹੈ ਉਹ ਆਪਣਾ ਕੰਮ ਵਗੈਰਾ ਸਿੱਖੇਗਾ, ਟ੍ਰੇਨਿੰਗ ਲਵੇਗਾ ਇੱਕ ਗੈਰੇਜ ਮਕੈਨਿਕ ਬਣਨ ਦੀ। ਉੱਥੇ ਪੈਦਲ ਚੱਲ ਕੇ ਉਹ ਜਾਂਦਾ ਹੈ ਅਤੇ ਆਪਣੀ ਇਹ ਦੂਰੀ ਤੈਅ ਕਰਦਾ ਹੈ ਆਪਣਾ ਸੁਪਨਾ ਪੂਰਾ ਕਰਨ ਦੇ ਲਈ। ਇਟ ਇਜ਼ ਪੋਸੀਬਲ ਫॉर ਹਿਮ ਟੂ ਬ੍ਰੇਕ ਦਾ ਲਾਈਨੇਜ ਆਫ ਦਾ ਆਕੂਪੇਸ਼ਨ ਆਫ ਹਿਸ ਫਾਦਰ ਐਂਡ ਫੋਰਫਾਦਰ। ਇਹ ਸੰਭਵ ਹੈ। ਹੁਣ ਦੇਖੋ ਉਸ ਦੀ ਮਿਹਨਤ ਤੋਂ ਇਹ ਸੰਭਵ ਲੱਗ ਰਿਹਾ ਹੈ ਕਿ ਜੋ ਇੱਕ ਲਾਈਨੇ ਚੱਲੀ ਆ ਰਹੀ ਹੈ, ਇੱਕ ਰੀਤ ਚੱਲੀ ਆ ਰਹੀ ਹੈ, ਪ੍ਰਥਾ ਚੱਲੀ ਆ ਰਹੀ ਹੈ ਕੰਮ ਕਰਨ ਦੀ, ਉਹਨਾਂ ਦੇ ਫਾਦਰਸ ਅਤੇ ਜੋ ਫੋਰ ਫਾਦਰ ਸਨ, ਪਿਤਾ ਉਹਨਾਂ ਦੇ, ਦਾਦਾ ਜੀ ਉਹਨਾਂ ਦੇ, ਜੋ ਇਹੀ ਕੰਮ ਕਰਦੇ ਆਏ ਆ ਨਾ, ਬੈਂਗਲਸ ਮੇਕਿੰਗ ਦਾ ਕੰਮ ਕਰਦੇ ਆਏ ਆ। ਤੇ ਇਸ ਤਰ੍ਹਾਂ ਲੱਗਦਾ ਹੈ ਉਸਦਾ ਫੇਮ ਡਿਟਰਮੀਨੇਸ਼ਨ ਵੇਖ ਕੇ ਨਾ, ਮੁਕੇਸ਼ ਦਾ ਫੇਮ ਡਿਟਰਮੀਨੇਸ਼ਨ ਦੇਖ ਕੇ ਇਹ ਲੱਗਦਾ ਹੈ ਕਿ ਉਹ ਮੁਕੇਸ਼ ਇਸ ਲਾਈਨ ਨੂੰ ਤੋੜ ਦੇਵੇਗਾ ਤੇ ਕੁਝ ਨਵਾਂ ਕਰੇਗਾ। ਨਥਿੰਗ ਕੈਨ ਹੈਂਪਰ ਦਾ ਵੇ ਆਫ ਅ ਸਟਰੋਂਗ ਡਿਟਰਮਿਨਡ ਪਰਸਨ। ਤੇ ਕੋਈ ਵੀ ਚੀਜ਼ ਹੈ ਜੋ ਹੈਂਪਰ ਨਹੀਂ ਕਰ ਸਕਦੀ, ਰੁਕਾਵਟ ਨਹੀਂ ਬਣ ਸਕਦੀ ਰਸਤੇ ਵਿੱਚ ਇੱਕ ਸਟਰੋਂਗ ਡਿਟਰਮਿਨਡ ਪਰਸਨ ਦੇ ਰਸਤੇ ਵਿੱਚ। Your eighth question is explain for children garbage has a meaning different from what it means to their parents। ਹੁਣ ਇਸ ਗੱਲ ਨੂੰ ਐਕਸਪਲੇਨ ਕਰਨਾ ਹੈ ਕਿ ਜੋ ਗਾਰਬੇਜ ਦਾ ਮੀਨਿੰਗ ਹੈ ਉਹ ਬੱਚਿਆਂ ਦੇ ਲਈ ਅਲੱਗ ਹੈ ਅਤੇ ਉਹਨਾਂ ਦੇ ਪੇਰੈਂਟਸ ਦੇ ਲਈ ਅਲੱਗ ਹੈ। ਦੋਨਾਂ ਵਿੱਚ ਡਿਫਰੈਂਟ ਕਿਵੇਂ ਹੈ, ਡਿਫਰੈਂਸ ਕਿਵੇਂ ਹੈ ਦੋਨਾਂ ਦੇ ਵਿੱਚ? ਸਮਾਲ ਚਿਲਡਰਨ ਸਕਰਾਉਂਡ ਹੀਪਸ ਆਫ ਗਾਰਬੇਜ। ਛੋਟੇ ਬੱਚੇ ਕੀ ਹੈ ਫਰੋਲਦੇ ਹਨ, ਜੋ ਕੂੜੇ ਦੇ ਢੇਰ ਹਨ ਉਹਨਾਂ ਨੂੰ ਫਰੋਲਦੇ ਹਨ। ਦੇ ਐਕਸਪੈਕਟ ਟੂ ਗੈਟ ਸਮ ਕੁਆਇਨ, ਨੋਟ ਔਰ ਵੈਲੂਏਬਲ ਥਿੰਗ ਇਨ ਇਟ। ਕਿਉਂਕਿ ਉਹਨਾਂ ਨੂੰ ਆਸ ਹੁੰਦੀ ਹੈ ਕਿ ਕੋਈ ਕੁਆਇਨ ਮਿਲ ਜਾਵੇਗਾ, ਕੋਈ ਨੋਟ ਮਿਲ ਜਾਵੇਗਾ ਜਾਂ ਕੋਈ ਹੋਰ ਵੈਲੂਏਬਲ ਚੀਜ਼ ਇਸ ਦੇ ਵਿੱਚੋਂ ਮਿਲ ਜਾਵੇਗੀ। ਸਮਟਾਈਮਸ ਦੇ ਫਾਈਂਡ ਅ ਰੁਪੀ ਔਰ ਈਵਨ ਅ 10 ਰੁਪੀ ਨੋਟ। ਕਦੇ ਕਦੇ ਉਹ 1 ਰੁਪਈਆ ਜਾਂ ਕਈ ਵਾਰ 10 ਰੁਪਏ ਦਾ ਨੋਟ ਵੀ ਲੱਭ ਲੈਂਦੇ ਹਨ। ਦਿਸ ਗਿਵਸ ਦਾ ਹੋਪ ਆਫ ਫਾਈਂਡਿੰਗ ਮੋਰ। ਇਹ ਗੱਲ ਉਹਨਾਂ ਨੂੰ ਹੋਰ ਆਸ ਦਿੰਦੀ ਹੈ ਕਿ ਹੋਰ ਲੱਭੇਗਾ। ਦੇ ਸਰਚ ਇਟ ਐਕਸਾਈਟਡਲੀ। ਉਹ ਬਹੁਤ ਹੀ ਜ਼ਿਆਦਾ ਐਕਸਾਈਟਡ ਹੋ ਕੇ, ਉਤਸੁਕ ਹੋ ਕੇ ਸਰਚ ਕਰਦੇ ਹਨ ਫਿਰ ਕੂੜੇ ਦੇ ਵਿੱਚ। ਫॉर ਚਿਲਡਰਨ ਗਾਰਬੇਜ ਇਜ਼ ਰੈਪਡ ਇਨ ਵੰਡਰ। ਹੁਣ ਬੱਚਿਆਂ ਦੇ ਲਈ ਕੂੜਾ ਕੀ ਹੈ? ਇੱਕ ਜਿਵੇਂ ਕੁਝ ਵੰਡਰ, ਕੋਈ ਅਦਭੁਤ ਚੀਜ਼ ਰੈਪ ਕੀਤੀ ਵੀ ਹੋਵੇ ਨਾ, ਇਸ ਤਰ੍ਹਾਂ ਦੀ ਚੀਜ਼ ਹੈ। ਫॉर ਦ ਚਿਲਡਰਨ ਐਲਡਰਸ ਇਟ ਇਜ਼ ਅ ਮੀਨ ਆਫ ਸਰਵਾਈਵਲ। ਪਰ ਜੋ ਐਲਡਰਸ ਹਨ ਉਹਨਾਂ ਨੂੰ ਤਾਂ ਇਹ ਗੱਲ ਕਲੀਅਰ ਹੀ ਹੈ ਕਿ ਇਹ ਉਹਨਾਂ ਦੇ ਗੁਜ਼ਾਰੇ ਦਾ ਸਾਧਨ ਹੈ। ਹੁਣ ਬੱਚਿਆਂ ਦੇ ਲਈ ਇੱਕ ਗੇਮ ਟਾਈਪ ਹੀ ਹੈ, ਕਿਉਂਕਿ ਉਹਨਾਂ ਨੂੰ 1 ਰੁਪਈਆ ਮਿਲ ਜਾਂਦਾ ਹੈ। ਉਹਨਾਂ ਨੂੰ ਇੰਝ ਲੱਗਦਾ ਇੱਕ ਗੇਮ ਵਾਂਗੂ ਹੀ ਉਹ ਲੈਂਦੇ ਹਨ ਇਸ ਨੂੰ, ਤੇ ਬੜੀ ਉਤਸੁਕਤਾ ਨਾਲ ਉਹ ਹੋਰ ਲੱਭਦੇ ਹਨ ਕਿ ਸਾਨੂੰ ਹੋਰ ਵੀ ਮਿਲਣਗੇ। ਪਰ ਪੇਰੈਂਟਸ ਦੇ ਲਈ, ਜੋ ਐਲਡਰਸ ਹਨ, ਉਹਨਾਂ ਨੂੰ ਇਹ ਗੱਲ ਕਲੀਅਰ ਹੈ। ਉਹਨਾਂ ਦੇ ਲਈ ਕੀ ਮੀਨਿੰਗ ਹੈ ਗਾਰਬੇਜ ਦਾ? ਕਿ ਉਹ ਉਹਨਾਂ ਦੇ ਲਈ ਇੱਕ ਸਰਵਾਈਵਲ ਦਾ, ਗੁਜ਼ਾਰੇ ਦਾ ਸਾਧਨ ਹੈ। ਦਸ ਗਾਰਬੇਜ ਹੈਜ਼ 2 ਡਿਫਰੈਂਟ ਮੀਨਿੰਗਸ। ਇਸ ਤਰ੍ਹਾਂ ਗਾਰਬੇਜ ਹੈ ਜੋ 2 ਅਲੱਗ-ਅਲੱਗ ਮੀਨਿੰਗ ਰੱਖਦਾ ਹੈ। ਵੇਅਰ ਡਜ਼ ਦਾ ਆਥਰ ਫਾਈਂਡ ਸਾਹਿਬ ਵਨ ਵਿੰਟਰ ਮਾਰਨਿੰਗ। ਹੁਣ ਇੱਕ ਸਰਦੀਆਂ ਦੀ ਸਵੇਰ ਆਥਰ ਨੂੰ ਸਾਹਿਬ ਕਿੱਥੇ ਮਿਲ ਜਾਂਦਾ ਹੈ? ਵਟ ਐਕਸਪਲੇਨੇਸ਼ਨ ਡਜ਼ ਸਾਹਿਬ ਆਫਰ। ਸਾਹਿਬ ਕੀ ਐਕਸਪਲੇਨੇਸ਼ਨ ਕਰਦਾ ਹੈ? ਦ ਆਥਰ ਫਾਈਂਡ ਸਾਹਿਬ ਸਟੈਂਡਿੰਗ ਬਾਈ ਦਾ ਫੈਂਸਡ ਗੇਟ ਆਫ ਅ ਨੇਬਰਹੁੱਡ ਕਲੱਬ। ਹੁਣ ਆਥਰ ਨੂੰ ਇੱਕ ਦਿਨ ਸਾਹਿਬ ਕਿੱਥੇ ਮਿਲ ਜਾਂਦਾ ਹੈ? ਇੱਕ ਫੈਂਸਡ ਗੇਟ ਕੀ ਹੁੰਦਾ ਹੈ? ਇੱਕ ਗੇਟ ਲੱਗਿਆ ਹੋਵੇ ਅਤੇ ਦੀਵਾਰ ਹੋਵੇ ਉਸ ਗੇਟ ਦੇ ਨਾਲ ਨਾਲ। ਇਹ ਜੀ ਜਗ੍ਹਾ ਦੇ ਉੱਤੇ ਖੜਾ ਸੀ ਉਹ, ਗੁਆਂਢ ਦੇ ਵਿੱਚ ਹੀ ਇੱਕ ਨੇਬਰਹੁੱਡ ਕਲੱਬ, ਗੁਆਂਢ ਦੇ ਵਿੱਚ ਇੱਕ ਕਲੱਬ ਸੀ, ਸਪੋਰਟਸ ਕਲੱਬ ਸੀ ਇਹ। ਤੇ ਸਾਹਿਬ ਕੀ ਹੈ ਉੱਥੇ ਇੱਕ ਫੈਂਸਡ ਗੇਟ ਦੇ ਸਾਹਮਣੇ ਖੜਾ ਸੀ। ਹੀ ਇਜ਼ ਵਾਚਿੰਗ 2 ਯੰਗ ਮੈਨ। ਉਹ ਕੀ ਦੇਖ ਰਿਹਾ ਹੈ? 2 ਯੰਗ ਮੈਨ ਨੂੰ ਦੇਖ ਰਿਹਾ ਹੈ, ਡਰੈਸਡ ਇਨ ਵਾਈਟ, ਜਿਨ੍ਹਾਂ ਦੇ ਵਾਈਟ ਡਰੈਸ ਪਹਿਨੀ ਹੋਈ ਹੈ ਤੇ ਪਲੇਇੰਗ ਟੈਨਿਸ ਖੇਡ ਰਹੇ ਹਨ। ਸਾਹਿਬ ਸੇਜ਼ ਦੈਟ ਹੀ ਲਾਈਕਸ ਦਾ ਗੇਮ। ਸਾਹਿਬ ਕੀ ਕਹਿੰਦਾ ਹੈ ਕਿ ਉਸਨੂੰ ਇਹ ਗੇਮ ਪਸੰਦ ਹੈ, ਬਟ ਹੀ ਇਜ਼ ਕੰਟੈਂਟ ਟੂ ਵਾਚ ਇਟ ਸਟੈਂਡਿੰਗ ਬਿਹਾਈਂਡ ਦਾ ਫੈਂਸ। ਪਰ ਉਹ ਕੀ ਹੈ? ਸੰਤੁਸ਼ਟ ਹੈ ਇਹ ਜੋ ਗੇਮ ਚੱਲ ਰਹੀ ਹੈ ਨਾ, ਉਸਨੂੰ ਬਾਹਰ ਖੜ ਕੇ ਹੀ ਦੇਖਣ ਦੇ ਵਿੱਚ ਉਹ ਕੀ ਹੈ, ਦੀਵਾਰ ਦੇ ਪਿੱਛੇ ਖੜ ਕੇ ਹੀ ਵੇਖਣ ਦੇ ਲਈ ਉਹ ਕੀ ਹੈ? ਸੰਤੁਸ਼ਟ ਹੈ।
ਹੀ ਗੋਜ਼ ਇਨਸਾਈਡ ਵੈਨ no one is around, ਉਹ ਅੰਦਰ ਵੀ ਚਲਾ ਜਾਂਦਾ ਹੈ ਪਰ ਜਦ ਕੋਈ ਨੇੜੇ ਨਹੀਂ ਹੁੰਦਾ। ਹੀ ਯੂਜ਼ਸ ਦਾ ਸਵਿੰਗਸ ਦੇਅਰ, ਉਹ ਉੱਥੇ ਸਵਿੰਗਸ ਵੀ ਯੂਜ਼ ਕਰਦਾ ਹੈ। ਜਿਵੇਂ ਆਇਆ ਸੀ ਨਾ ਲੈਸਨ ਦੇ ਵਿੱਚ ਵੀ ਆਪਾਂ ਇਹ ਸਾਰੀਆਂ ਗੱਲਾਂ ਪੜ੍ਹੀਆਂ ਹੋਈਆਂ ਨੇ ਕਿ ਉਹ ਦੱਸਦਾ ਹੁੰਦਾ ਸਾਹਿਬ ਕਿ ਜਦ ਕੋਈ ਇੱਥੇ ਨਹੀਂ ਹੁੰਦਾ ਤਾਂ ਜੋ ਵਾਚਮੈਨ ਹੈ ਉਸ ਨੂੰ ਅਲਾਓ ਕਰ ਦਿੰਦਾ ਹੈ ਅੰਦਰ ਜਾਣ ਦੇ ਲਈ ਅਤੇ ਸਵਿੰਗਸ ਯੂਜ਼ ਕਰਨ ਦੇ ਲਈ। Your 10th question is, what job did Sahib take up? Was he happy? ਸਾਹਿਬ ਕੀ ਜੌਬ ਕਰਦਾ ਹੈ? ਕੀ ਉਹ ਖੁਸ਼ ਹੈ ਇਸ ਦੇ ਨਾਲ? ਖੁਸ਼ ਸੀ ਉਹ ਸਾਹਿਬ? ਸਾਹਿਬ took up a job at a tea stall. ਸਾਹਿਬ ਇੱਕ ਟੀ ਸਟਾਲ ਉੱਪਰ ਜੌਬ ਕਰਦਾ ਹੈ। ਬਟ ਹੀ was not happy with it, ਪਰ ਉਹ ਇਸ ਦੇ ਨਾਲ ਖੁਸ਼ ਨਹੀਂ ਸੀ। He was no longer his own master, ਉਹ ਹੁਣ ਆਪਣਾ ਮਾਲਕ ਆਪ ਨਹੀਂ ਰਿਹਾ ਸੀ। His face had lost the carefree look, ਉਸ ਦਾ ਚਿਹਰਾ ਗਵਾ ਚੁੱਕਾ ਸੀ। ਕੇਅਰਫ੍ਰੀ ਲੁੱਕ ਸੀ ਨਾ ਜੋ ਪਹਿਲਾਂ ਉਸ ਦੇ ਚਿਹਰੇ ਦੇ ਉੱਤੇ ਜਦ ਉਹ ਰੈਗ ਪਿਕਿੰਗ ਕਰਦਾ ਸੀ, ਆਪਣਾ ਮਾਲਕ ਆਪ ਸੀ ਉਸ ਸਮੇਂ ਉਹ, ਤੇ ਉਦੋਂ ਜੋ ਕੇਅਰਫ੍ਰੀ ਲੁੱਕ ਹੁੰਦੀ ਸੀ ਉਸ ਦੇ ਚਿਹਰੇ ਦੇ ਉੱਤੇ ਹੁਣ ਉਹ ਗਵਾ ਚੁੱਕਾ ਸੀ, ਕਿਉਂਕਿ ਇੱਥੇ ਟੀ ਸਟਾਲ ਦੇ ਉੱਤੇ ਉਸਨੂੰ ਕੀ ਹੈ ਆਪਣੇ ਇੱਕ ਬੌਸ ਦੇ ਅੰਡਰ ਕੰਮ ਕਰਨਾ ਪੈਂਦਾ ਸੀ। although he earned rupees 800, even then he was not happy, ਭਾਵੇਂ ਉਹ 800 ਰੁਪੀਜ਼ ਵੀ ਅਰਨ ਕਰਦਾ ਸੀ, ਕਮਾਉਂਦਾ ਸੀ, ਪਰ ਹੁਣ ਉਹ ਖੁਸ਼ ਨਹੀਂ ਸੀ। Okay students, I hope you have understood this Punjabi explanation. Thanks.